ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਵਿਦਿਆ ਦੀ ਜੋਤੀ ਤੋਂ ਰੋਸ਼ਨ ਰਸਤੇ ਤਾਂ ਕਈ ਹੋ ਜਾਂਦੇ ਨੇ। ਵਿਦਿਆ ਦੀ ਜੋਤੀ ਤੋਂ ਰੋਸ਼ਨ ਰਸਤੇ ਤਾਂ ਕਈ ਹੋ ਜਾਂਦੇ ਨੇ, ਪਰ ਸਾਰੇ ਮੰਜ਼ਿਲ ਨਹੀਂ ਪੁੱਜਦੇ। ਕਈ ਰਾਹਾਂ ਵਿੱਚ ਵੀ ਖੋ ਜਾਂਦੇ ਨੇ। ਨਵੀਆਂ ਰਾਹਾਂ ਉੱਤੇ ਰਾਹੀ ਅਕਸਰ ਵੇਖੇ ਭਟਕੇ ਹੋਏ। ਨਾ ਇੱਧਰ ਨਾ ਉੱਧਰ ਦੇ ਉਹ ਅੱਧ ਵਿਚਕਾਰ ਜੇ ਲਟਕੇ ਹੋਏ। ਸਿੱਖਿਆ ਦਾ ਇਹ ਕੰਮ ਸਿਖਾਉਣਾ ਚੰਗਾ ਮਾੜਾ ਬੰਦੇ ਨੂੰ, ਫੁੱਲਾਂ ਦੀ ਕਿਆਰੀ ਨੂੰ ਗੁੱਡਣਾ ਤੇ ਰਾਹੋਂ ਚੁਗਣਾ ਕੰਡੇ ਨੂੰ। ਦੋਸਤੋ, ਇਸ ਦੇ ਨਾਲ ਹੀ ਅੱਜ ਐਪੀਸੋਡ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਗੱਲ ਕਰਾਂਗੇ ਐਜੂਕੇਸ਼ਨ ਸਿਸਟਮ ਤੇ। ਸਾਡਾ ਜੋ ਪ੍ਰੋਜੈਕਟ ਹੈ ਐਜੂਕੇਟ ਟੂ ਸੇਵ, ਉਹਦੇ ਤੇ ਵੀ ਅਸੀਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਨਾਲ ਜੋ ਰਹਿਣ ਜਾ ਰਹੇ ਨੇ ਸਾਡੇ ਮਹਿਮਾਨ ਸਰਦਾਰ ਰਣਵੀਰ ਸਿੰਘ ਜੀ ਅਟਵਾਲ ਜੀ ਦਾ। ਜੀ ਅਟਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਐਪੀਸੋਡ ਦੇ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਅਟਵਾਲ ਸਾਹਿਬ, ਅਸੀਂ ਦੇਖਦੇ ਹਾਂ ਜੀ, ਦੇਖੋ ਦੁਨੀਆ ਦੇ ਵਿੱਚ ਐਜੂਕੇਸ਼ਨ ਸਿਸਟਮ ਬੜੀਆਂ ਡਿਫਰੈਂਟ ਕੰਟਰੀਜ਼ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਉਹ ਥੋੜਾ ਵੱਖਰੇਵਾਂ ਹੋ ਸਕਦਾ, ਥੋੜਾ ਡਿਫਰੈਂਟ ਹੋ ਸਕਦਾ। ਪਰ ਸਭ ਤੋਂ ਮੁੱਢਲੀ ਗੱਲ, ਜੇ ਅਸੀਂ ਬੇਸਿਕ ਗੱਲ ਲਈਏ ਕਿ ਐਜੂਕੇਸ਼ਨ ਦੀ ਜੋ ਇੱਕ ਸਟੈਂਡਰਡ ਡੈਫੀਨੇਸ਼ਨ ਹੈ ਨਾ ਜੀ, ਉਹਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹੈਗੇ ਆ। ਜਿਹੜੀ ਕੰਟਰੀ ਆ ਜਾਂ ਅਦਾਰੇ ਹੈ, ਉਹ ਐਜੂਕੇਸ਼ਨ ਦੀ ਕਿਹੜੀ ਡੈਫੀਨੇਸ਼ਨ ਨੂੰ ਲੈ ਕੇ ਚੱਲਦੇ ਹੈ, ਉਹਨਾਂ ਦੀ ਆਪਣੀ ਡੈਫੀਨੇਸ਼ਨ ਕੀ ਹੈ। ਜੇ ਅਸੀਂ ਦੇਖੀਏ ਅਸਲੀ ਅਰਥਾਂ ਦੇ ਵਿੱਚ ਤੇ ਐਜੂਕੇਸ਼ਨ ਦੀ ਕੀ ਡੈਫੀਨੇਸ਼ਨ ਹੈ? ਕਿਆ ਐਜੂਕੇਸ਼ਨ ਦੀ ਡੈਫੀਨੇਸ਼ਨ ਆਲ ਅਰਾਊਂਡ ਡਿਵੈਲਪਮੈਂਟ ਹੈ ਬੰਦੇ ਦੀ, ਜਾਂ ਫਿਰ ਇੱਕ ਪਰਟੀਕੂਲਰ ਫੀਲਡ ਵਿੱਚ ਹੀ ਕਹਿ ਲਓ ਵੀ ਅਸੀਂ ਸਪੈਸ਼ਲਿਸਟ ਹੋ ਜਾਈਏ, ਬਸ ਉਹੀ ਐਜੂਕੇਸ਼ਨ ਹੈਗੀ ਹੈ? ਕਿਆ ਜੇਕਰ ਇਹ ਜੋ ਦੂਸਰੀਆਂ ਜੋ ਐਜੂਕੇਸ਼ਨ ਦੀਆਂ ਡੈਫੀਨੇਸ਼ਨਸ ਨੇ ਜੋ ਅੱਜ ਕੱਲ੍ਹ ਸਾਨੂੰ ਬਹੁਤਾਤ ਦੇ ਵਿੱਚ ਦੇਖਣ ਨੂੰ ਅਦਾਰਿਆਂ 'ਚ ਮਿਲ ਰਹੀਆਂ ਨੇ, ਤਾਂ ਉਹ ਤਾਂ ਫਿਰ ਆਲ ਅਰਾਊਂਡ ਡਿਵੈਲਪਮੈਂਟ ਤੋਂ ਸੱਖਣੀਆਂ ਨੇ। ਤਾਂ ਫਿਰ ਜਿਹੜੀਆਂ ਇਹ ਡੈਫੀਨੇਸ਼ਨਸ ਨੇ ਜਾਂ ਇਹ ਐਜੂਕੇਸ਼ਨ ਸਿਸਟਮ ਅੱਜ ਕੱਲ੍ਹ ਦੁਨੀਆ ਦੇ ਵਿੱਚ ਹੈਗਾ ਆ, ਜਿੱਥੇ ਜੋ ਕਮਰਸ਼ੀਅਲ ਸਬਸਟਾਂਸ ਜਿਹੜਾ ਆ ਭਾਰੂ ਹੈ, ਤਾਂ ਫਿਰ ਕਿਆ ਅਸੀਂ ਇਹਨਾਂ ਨੂੰ ਇਨਕੰਪਲੀਟ, ਅਸੀਂ ਇਹਨਾਂ ਨੂੰ ਐਜੂਕੇਸ਼ਨ ਦੀ ਡੈਫੀਨੇਸ਼ਨ ਤੇ ਚੱਲ ਰਹੇ ਅਦਾਰੇ ਕਹਾਂਗੇ? ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਐਜੂਕੇਸ਼ਨ ਦੀ ਡੈਫੀਨੇਸ਼ਨ ਕੀ ਹੈ? ਕਿਸ ਤਰ੍ਹਾਂ ਦੀ ਐਜੂਕੇਸ਼ਨ ਹੋ ਸਕਦੀ ਹੈ, ਜਾਂ ਉਹਦਾ ਪਰਪਸ ਕੀ ਹੋਣਾ ਚਾਹੀਦਾ ਡੈਫੀਨੇਸ਼ਨ ਦਾ? ਕਿਆ ਉਹ ਪੂਰਾ ਹੋ ਰਿਹਾ ਜਾਂ ਨਹੀਂ ਹੋ ਰਿਹਾ? ਥੈਂਕ ਯੂ ਬੱਬਲ ਸਾਹਿਬ। ਅੱਜ ਦਾ ਟੌਪਿਕ ਜਿਹੜਾ ਅਸੀਂ ਜਨਰਲੀ ਸੋਚਿਆ ਸੀ ਕਿ ਜਿਹੜੀ ਸੀਰੀਜ਼ ਸਾਡੀ ਚੱਲ ਰਹੀ ਸੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਵੀ ਇੱਕ ਵੈਲਿਊ ਸਿਸਟਮ ਹੈ, ਗੁਰਮਤਿ ਵੈਲਿਊਜ਼, ਜੋ ਕਿ ਅਸੀਂ ਬੱਚਿਆਂ ਨੂੰ ਸਾਡੇ ਐਜੂਕੇਸ਼ਨ ਸਿਸਟਮ ਦੇ ਥਰੂ ਦੇਣੀਆਂ ਚਾਹੀਦੀਆਂ, ਉਹਨਾਂ ਦੇ ਉੱਤੇ ਲੜੀ ਚੱਲ ਰਹੀ ਸੀ। ਅਤੇ ਅਸੀਂ ਹੁਣ ਪ੍ਰੋਗਰਾਮ 'ਚ ਥੋੜ੍ਹਾ ਪੋਜ਼ ਕਰਕੇ ਇਸ ਪ੍ਰੋਗਰਾਮ 'ਚ ਸੋਚਿਆ ਕਿ ਜਨਰਲੀ ਅਸੀਂ ਆਪਣੇ ਐਜੂਕੇਸ਼ਨ ਸਿਸਟਮ ਬਾਰੇ ਗੱਲ ਕਰਕੇ ਫਿਰ ਅਸੀਂ ਉਹ ਤੋਂ ਅੱਗੇ ਕੀ ਸਾਡਾ ਨੈਕਸਟ ਪਲਾਨ ਹੈ, ਉਹਦੇ ਹਿਸਾਬ ਨਾਲ ਇਹ ਪ੍ਰੋਗਰਾਮ ਅੱਗੇ ਲੈ ਕੇ ਜਾਵਾਂਗੇ। ਮੈਂ ਸੰਗਤਾਂ ਨੂੰ ਦੱਸਦਾ ਜਾਵਾਂ ਕਿ ਇਹ ਪ੍ਰੋਗਰਾਮ ਐਜੂਕੇਟ ਟੂ ਸੇਵ ਰੀਬੂਟ ਪੰਜਾਬ, ਇਹਦੇ ਵਿੱਚ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ, ਜਿਨ੍ਹਾਂ ਦੇ ਘਰ 2 ਵਕਤ ਦੀ ਰੋਟੀ ਵੀ ਨਹੀਂ ਜੁੜਦੀ, ਉਹਨਾਂ ਦੇ ਵਾਸਤੇ, ਉਹਨਾਂ ਬੱਚਿਆਂ ਨੂੰ ਸਕੂਲ ਤੋਂ ਅੱਛੀ ਵਿੱਦਿਆ ਦੇ ਕੇ ਉਹਨਾਂ ਨੂੰ ਸੈਲਫ ਰਿਲਾਇੰਟ, ਇੱਕ ਇੰਡੀਪੈਂਡੈਂਟ ਉਹਨਾਂ ਦਾ ਵੈਲਿਊ ਸਿਸਟਮ ਸਮਾਜ ਦੇ ਵਿੱਚ ਬਣੇ, ਤਾਂ ਕਿ ਉਹ ਹਮੇਸ਼ਾ ਦੇ ਲਈ ਸਮਾਜ ਦੇ ਉੱਤੇ ਬੋਝ ਨਾ ਬਣ ਜਾਣ। ਸੋ ਇਸ ਕਰਕੇ ਇਹ ਪ੍ਰੋਗਰਾਮ ਦਾ ਮਕਸਦ ਹੁੰਦਾ ਕਿ ਸੰਗਤ ਅੱਗੇ ਅਪੀਲ ਕਰਨੀ ਹੈ ਕਿ ਉਹਨਾਂ ਦੇ ਬੱਚਿਆਂ ਦੀ ਅਸੀਂ ਡਿਟੇਲ ਤੁਹਾਨੂੰ ਈਮੇਲ ਕਰਦੇ ਹਾਂ। ਤੁਸੀਂ ਆਪ ਇੰਡੀਪੈਂਡੈਂਟਲੀ ਉਹਨਾਂ ਦਾ ਘਰ ਪਰਿਵਾਰ ਕਿਹੜੇ ਸਕੂਲ 'ਚ ਪੜ੍ਹ ਰਿਹਾ, ਜਦੋਂ ਵੀ ਪੰਜਾਬ ਜਾਓ ਚੈੱਕ ਕਰ ਸਕਦੇ ਹੋ। ਸੋ ਬਹੁਤ ਹੀ ਇੱਕ ਟਰਾਂਸਪੇਰੈਂਟ ਸਿਸਟਮ ਹੈ, ਜਿਹਦੇ ਵਿੱਚ ਅਸੀਂ ਸੰਗਤਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਇੱਕ ਪ੍ਰੈਕਟੀਕਲ ਅਪਰੋਚ, ਇੱਕ ਪ੍ਰੈਕਟੀਕਲ ਸਲਿਊਸ਼ਨ, ਕਿਉਂਕਿ ਅੱਜ ਕੱਲ੍ਹ ਹਰ ਇੱਕ ਮੀਡੀਆ ਜਿਹੜਾ ਹੈ ਤੁਹਾਨੂੰ ਪ੍ਰੋਬਲਮ ਤਾਂ ਜ਼ਰੂਰ ਦੱਸਦਾ, ਪਰ ਸਲਿਊਸ਼ਨ ਕੋਈ ਨਹੀਂ। ਸਲਿਊਸ਼ਨ ਇੱਕੋ ਹੀ ਹੈ ਕਿ ਬਸ ਸਾਡੀਆਂ ਜੇਬਾਂ ਭਰੀ ਜਾਓ ਅਤੇ ਸਾਤੋਂ ਹਿਸਾਬ ਕੋਈ ਨਾ ਪੁੱਛੋ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਚੇ ਉੱਠ ਕੇ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਇੱਕ ਪ੍ਰੈਕਟੀਕਲ
ਪ੍ਰੋਗਰਾਮ ਹੈ ਜਿਹਦੇ 'ਚ ਰੀਬੂਟ ਪੰਜਾਬ, ਕਿ ਪੰਜਾਬ ਨੂੰ ਕਿਸ ਤਰ੍ਹਾਂ ਮੁੜ ਕੇ ਅਸੀਂ ਬੁਲੰਦੀ 'ਤੇ ਲੈ ਕੇ ਜਾਣਾ ਹੈ, ਕਿਸ ਤਰ੍ਹਾਂ ਉੱਥੇ ਸਿੱਖੀ ਦਾ ਬੋਲਬਾਲਾ ਹੋ ਸਕਦਾ ਹੈ, ਕਿਸ ਤਰ੍ਹਾਂ ਇੱਕ ਸਿੱਖ ਧਰਮ ਜੋ ਕਿ ਪੂਰੀ ਮਾਨਵਤਾ ਦੀ ਸੇਵਾ ਵਾਸਤੇ ਇੱਕ ਐਸਾ ਵਿਲੱਖਣ ਧਰਮ ਹੈ, ਇਹ ਕਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਫੈਲ ਸਕਦਾ ਹੈ। ਸੋ ਇਹ ਸਾਡਾ ਮੰਤਵ ਲੈ ਕੇ ਅਸੀਂ ਇਸ ਪ੍ਰੋਗਰਾਮ ਨੂੰ ਲੈ ਕੇ ਆਉਂਦੇ ਹਾਂ ਕਿ ਸਾਰੀ ਪ੍ਰੋਬਲਮ ਦਾ ਹੱਲ ਸਾਡਾ ਇੱਕ ਐਜੂਕੇਸ਼ਨ ਸਿਸਟਮ ਹੀ ਹੈ। ਸੋ ਇਹਦੇ ਵਿੱਚ ਤੁਸੀਂ ਇੱਕ ਬੱਚੇ ਦੀ ਸਪਾਂਸਰਸ਼ਿਪ ਲੈ ਕੇ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ, ਅਤੇ ਇਹਦਾ ਪੁੰਨ ਤੇ ਅਸੀਂ ਹਰ ਪ੍ਰੋਗਰਾਮ 'ਚ ਦੱਸਿਆ ਕਿ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਅਸੀਂ ਤੇ ਉਹ ਪੂਰਾ ਬੱਚਾ ਹੀ ਉਹਦਾ ਐਜੂਕੇਸ਼ਨ ਸਿਸਟਮ 13 ਸਾਲ ਉਹ ਜੋ ਨਿਤਨੇਮ ਕਰੇਗਾ, ਗੁਰਮਤ ਦੀ ਐਜੂਕੇਸ਼ਨ ਉਹਨੂੰ ਮਿਲੇਗੀ। ਇਸ ਤਰ੍ਹਾਂ ਦਾ ਅਸੀਂ ਇੱਕ ਇਹੋ ਪੁੰਨ ਹੈ ਜਿਹਦੀ ਕੋਈ ਅਸੀਂ ਕੀਮਤ ਪਾ ਹੀ ਨਹੀਂ ਸਕਦੇ। ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਕਲਗੀਧਰ ਟਰੱਸਟ ਦਾ। ਬਾਬਾ ਇਕਬਾਲ ਸਿੰਘ ਜੀ ਜੋ ਕਿ ਉਹਨੇ ਆਪਣਾ ਪੂਰਾ ਜੀਵਨ ਇਸ ਪਾਸੇ ਲਾ ਦਿੱਤਾ। ਸੋ ਇੱਕ ਬਹੁਤ ਸੁਨਹਿਰੀ ਮੌਕਾ ਹੈ ਕਿ ਹਰ ਇੱਕ ਇਨਸਾਨ ਆਪਣੇ ਘਰਾਂ ਦੇ ਵਿੱਚ ਬੈਠਾ ਇਸ ਪ੍ਰੋਜੈਕਟ ਦੇ ਨਾਲ ਜੁੜ ਹੀ ਨਹੀਂ ਸਕਦਾ, ਉਹਨੂੰ ਇੱਕ ਪੂਰੀ ਉਹ ਸੈਟਿਸਫੈਕਸ਼ਨ ਮਿਲੇਗੀ ਜੋ ਇੱਕ ਮਿਲਣੀ ਚਾਹੀਦੀ ਹੈ ਕਿ ਸਾਡਾ ਪੈਸਾ ਕਿੱਥੇ ਜਾ ਰਿਹਾ, ਉਹਦਾ ਕੀ ਰਿਜ਼ਲਟ ਆ ਰਿਹਾ, ਕਿਸ ਤਰ੍ਹਾਂ ਦਾ ਇੱਕ ਇਨਸਾਨ ਅਸੀਂ ਪੈਦਾ ਕਰ ਰਹੇ ਹਾਂ, ਕਿਸ ਤਰ੍ਹਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦਾ ਐਜੂਕੇਸ਼ਨ ਸਿਸਟਮ ਹੋਣਾ ਚਾਹੀਦਾ। ਜਦੋਂ ਤੁਸੀਂ ਇਸ ਸੰਸਥਾ ਦੇ ਨਾਲ ਜੁੜ ਗਏ, ਬਾਬਾ ਜੀ ਦਾ ਜੋ ਮਿਸ਼ਨ ਸਟੇਟਮੈਂਟ ਹੈ, 1 ਵਰਲਡ 1 ਫੈਮਿਲੀ ਪ੍ਰੋਡਿਊਸਿੰਗ ਗਲੋਬਲ ਸਿਟੀਜ਼ਨਸ, ਸੋ ਇਹ ਹੈ ਕਿ ਇਹ ਸਾਰੀਆਂ ਬਾਉਂਡਰੀਆਂ, ਸਾਰੇ ਬਾਕਸਿਸ ਤੋਂ ਉੱਤੇ ਉੱਠ ਕੇ ਇੱਕ ਸੋਚ ਹੈ ਜੋ ਗੁਰਮਤ ਦੀ ਸੋਚ ਹੈ, ਜੋ ਸਿੱਖੀ ਸਿਧਾਂਤ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਸ਼ਨ ਹੈ, ਉਹ ਘਰ ਘਰ ਦੇ ਵਿੱਚ ਪਹੁੰਚਾਉਣ ਵਾਸਤੇ ਅਸੀਂ ਇੱਕ ਪ੍ਰੈਕਟੀਕਲ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਕਿ ਤੁਸੀਂ ਇਹਦੇ ਵਿੱਚ ਆਪਣਾ ਇੱਕ ਹਿੱਸਾ ਇਸ ਤਰ੍ਹਾਂ ਇਹਦੇ 'ਚ ਆਪਣਾ ਇੱਕ ਤਰ੍ਹਾਂ ਦੀ ਪਾਰਟਨਰਸ਼ਿਪ ਇਸ ਪ੍ਰੋਜੈਕਟ ਦੇ ਵਿੱਚ ਹੋ ਸਕਦੀ ਹੈ ਕਿ ਸਿਰਫ ਹਰ ਪਰਿਵਾਰ ਜੇ ਸਿਰਫ ਇੱਕ ਬੱਚੇ ਦੀ ਜ਼ਿੰਮੇਵਾਰੀ ਲੈ ਲਏ, ਜੋ ਕਿ ਉਸ ਵਿੱਦਿਆ ਦਾ ਖਰਚਾ ਹੈ 30 ਪਾਉਂਡ ਮਹੀਨੇ ਦਾ, ਉਹ ਬੱਚੇ ਦੀ ਡੀਟੇਲ ਤੁਹਾਡੇ ਕੋਲ ਆਏਗੀ। ਇੱਕ ਤਰ੍ਹਾਂ ਦਾ ਬੱਚੇ ਨੂੰ ਅਡਾਪਟ ਕਰਨ ਵਾਲਾ ਸਿਸਟਮ ਹੋ ਜਾਂਦਾ ਸਿਰਫ ਫਰੋਮ ਐਜੂਕੇਸ਼ਨ ਪੁਆਇੰਟ ਆਫ ਵਿਊ, ਕਿਉਂਕਿ ਬਾਕੀ ਹੋਰ ਖਰਚੇ ਤਾਂ ਚਲੋ ਜਿਸ ਤਰ੍ਹਾਂ ਵੀ ਉਹ ਘਰ ਪਰਿਵਾਰ ਆਪਣਾ ਚਲਾ ਹੀ ਰਹੇ ਨੇ, ਪਰ ਜਿਹੜੀ ਐਜੂਕੇਸ਼ਨ ਹੈ ਇਹ ਉਹਨਾਂ ਬੱਚਿਆਂ ਨੂੰ ਜੇ 1 ਸਾਲ ਵੀ ਮਿਸ ਹੋ ਜਾਂਦਾ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਬੱਚਾ ਇੱਕ ਦਿਨ ਸਕੂਲ ਨਾ ਜਾਵੇ ਤਾਂ ਇੱਥੇ ਹਾਹਾਕਾਰ ਮਚ ਜਾਂਦੀ ਹੈ। ਅਸੀਂ ਉਹਨਾਂ ਬੱਚਿਆਂ ਬਾਰੇ ਕੀ ਸੋਚ ਰਹੇ ਹਾਂ ਜਿਹੜੇ ਕਿ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚੇ ਨੇ, ਜਿਨ੍ਹਾਂ ਦੀ ਕੋਈ ਆਸ ਹੀ ਨਹੀਂ ਕਿ ਉਹ ਸਕੂਲ ਵਿੱਚ ਜਾਣਗੇ, ਉਹਨਾਂ ਦੀ ਅਸੀਂ ਜੀਂਦੇ ਜੀ ਉਹਨਾਂ ਦਾ ਗਲ ਘੁੱਟ ਰਹੇ ਹਾਂ। ਅੱਜ ਦੇ ਸਮਾਜ ਦੇ ਵਿੱਚ ਜੋ ਕਿ ਕੰਪੀਟੀਸ਼ਨ ਇੰਨਾ ਜ਼ਿਆਦਾ ਹੈ, ਸਰਵਾਈਵਲ ਆਫ ਦਾ ਫਿਟੈਸਟ ਜੋ ਕਿ ਅੱਜ ਕੱਲ੍ਹ ਦਾ ਇੱਕੋ ਹੀ ਅਸੂਲ ਹੈ, ਇੱਕੋ ਹੀ ਮਾਪਦੰਡ ਹੈ ਤੁਹਾਡੀ ਸਕਸੈਸ ਦਾ ਕਿ ਤੁਹਾਡੇ ਕੋਲ ਕਿੰਨੀ ਮਾਇਆ ਹੈ, ਕਿੰਨੀ ਮਾਇਆ ਕਮਾ ਸਕਦੇ ਹੋ। ਇਹ ਸਾਰਾ ਐਜੂਕੇਸ਼ਨ ਸਿਸਟਮ ਇਸੀ ਉੱਤੇ ਲੱਗਾ ਹੋਇਆ। ਇੱਕ ਵਿਲੱਖਣ ਐਜੂਕੇਸ਼ਨ ਸਿਸਟਮ ਹੈ ਜਿਹਦੇ ਵਿੱਚ ਸਪਿਰਿਚੁਅਲ, ਅਧਿਆਤਮਿਕ, ਧਾਰਮਿਕ ਐਜੂਕੇਸ਼ਨ ਦੇ ਨਾਲ ਜਿਹੜੀ ਦੁਨਿਆਵੀ ਐਜੂਕੇਸ਼ਨ ਬਲੈਂਡ ਕਰਕੇ ਇੱਕ ਜਿਹੜੀ ਹੈ ਕਿ ਮਨਮਤ ਨਾਲੋਂ ਤੋੜ ਕੇ ਗੁਰਮਤ ਨਾਲ ਬੱਚੇ ਨੂੰ ਜੋੜਿਆ ਜਾਂਦਾ ਹੈ। ਸੋ ਬਹੁਤ ਹੀ ਵਧੀਆ ਉਪਰਾਲਾ ਹੈ। ਸੰਗਤਾਂ ਦਾ ਅਸੀਂ ਧੰਨਵਾਦ ਵੀ ਕਰਦੇ ਜਾਈਏ ਕਿ ਕੁਛ ਅਸੀਂ ਤੇ ਅਪੀਲ ਕਰਦੇ ਹਾਂ ਕਿ ਇੱਕ ਪਰਿਵਾਰ ਇੱਕ ਬੱਚਾ ਸਪਾਂਸਰ ਕਰੇ, ਪਰ ਬਹੁਤ ਪਰਿਵਾਰ ਨੇ ਜਿਨ੍ਹਾਂ ਨੇ 5 ਬੱਚੇ ਸਪਾਂਸਰ ਕੀਤੇ ਨੇ, ਕੁਛ ਪਰਿਵਾਰ ਨੇ ਜਿਨ੍ਹਾਂ ਨੇ 20 ਬੱਚੇ ਵੀ ਸਪਾਂਸਰ ਕੀਤੇ ਨੇ। ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਕਿਰਪਾ ਹੈ ਉਹਨਾਂ ਦੇ ਉੱਤੇ, ਕਿੱਡਾ ਵੱਡਾ ਪੁੰਨ ਹੈ। ਅਤੇ ਅਸੀਂ ਬਾਕੀਆਂ ਨੂੰ ਵੀ ਇਹੀ ਪ੍ਰੇਰਨਾ ਇਸ ਪ੍ਰੋਗਰਾਮ ਦੇ ਥਰੂ ਹੈ ਕਿ ਰੀਬੂਟ ਪੰਜਾਬ ਨੂੰ ਇੱਕ ਬੁਲੰਦੀ 'ਤੇ ਲਿਜਾਣ ਦਾ ਹੋਰ ਇਸ ਵੇਲੇ ਕੋਈ ਰਾਹ ਨਹੀਂ ਹੈ। ਪੰਜਾਬ ਦਾ ਬੇਸ ਹੀ ਗੁਰਮਤ ਹੈ, ਗੁਰੂਆਂ ਦੀ ਧਰਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਘਰ ਘਰ ਜਿੰਨਾ ਚਿਰ ਨਹੀਂ ਹੁੰਦਾ, ਸਤਿਕਾਰ ਜਿੰਨਾ ਚਿਰ ਨਹੀਂ ਹੁੰਦਾ, ਜਿੰਨਾ ਚਿਰ ਅਸੀਂ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਉਹ ਸਤਿਕਾਰ ਘਰ ਘਰ ਦੇ ਵਿੱਚ ਨਹੀਂ ਹੁੰਦਾ, ਉਹਨਾਂ ਚਿਰ ਪੰਜਾਬ ਦੀ ਖੁਸ਼ਹਾਲੀ ਦਾ ਕੋਈ ਸਾਨੂੰ ਇਸ ਵੇਲੇ ਚਾਂਸ ਨਹੀਂ ਦਿਸ ਰਿਹਾ। ਪੋਲੀਟਿਕਸ ਰੱਜ ਕੇ ਹੋ ਰਹੀ ਹੈ, ਗਰੀਬੀ ਦਾ ਮੈਂ ਕਹਿੰਦਾ ਉੱਥੇ ਬੁਰਾ ਹਾਲ ਹੈ ਕਿ ਖਾਸ ਕਰਕੇ ਤਾਂ ਉੱਤੇ ਹੋਰ ਜੋ ਗਰੀਬੀ ਦੇ ਨਾਲ ਜਿਹੜੀ ਹੈ ਨਸ਼ਿਆਂ ਦਾ ਨਾਲ ਇੱਕ ਬਰਬਾਦੀ ਦਾ ਪ੍ਰੀ ਪਲੈਨਡ ਜੋ ਮਿਸ਼ਨ ਚੱਲ ਰਿਹਾ, ਕੁਛ ਬਹੁਤ ਹੀ ਬੜੀਆਂ ਗਿਰੀਆਂ ਹੋਈਆਂ ਰੂਹਾਂ ਵੱਲੋਂ ਜੋ ਇਹੋ ਸਰਕਾਰਾਂ ਦਾ ਵੀ ਵਿੱਚ ਹੱਥ ਹੈ ਕਿ ਜੇ ਉਹ ਚਾਹੁਣ ਤੇ ਬਿਲਕੁਲ ਇਹ ਸਭ ਕੁਝ ਬੰਦ ਹੋ ਸਕਦਾ, ਪਰ ਨਹੀਂ ਹੋ ਰਿਹਾ। ਪਰ ਹਾਂ ਉੱਥੇ ਕੁਛ ਇਸ ਤਰ੍ਹਾਂ ਦੀਆਂ ਜਥੇਬੰਦੀਆਂ, ਕਲਗੀਧਰ ਟਰੱਸਟ, ਇਹ ਹਰ ਇੱਕ ਜੋ ਮਾੜੀ ਚੀਜ਼ ਉੱਥੇ ਹੋ ਰਹੀ ਹੈ ਉਹਦੇ ਨਾਲ ਆਪਣੇ ਤਰੀਕੇ ਦੇ ਨਾਲ ਲੜ ਰਹੀਆਂ ਨੇ, ਜੂਝ ਰਹੀਆਂ ਨੇ। ਸੋ ਇਹਦੇ ਵਿੱਚ ਹੀ ਸੰਗਤਾਂ ਦੇ ਅੱਗੇ ਅਪੀਲ ਹੈ ਕਿ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਪਾਓ। ਹਾਂ, ਜਿਨ੍ਹਾਂ ਨੇ ਹਿੱਸਾ ਪਾਇਆ ਅਤੇ ਉਹਨਾਂ ਦਾ ਅਸੀਂ UK ਦੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਪਿੱਛੇ ਅਸੀਂ ਕੰਪਿਊਟਰਾਂ ਵਾਸਤੇ ਅਪੀਲ ਕੀਤੀ ਸੀ ਕਿ ਕੋਵਿਡ ਕਰਕੇ ਬਹੁਤ ਪ੍ਰੋਗਰਾਮ ਜਿਹੜੇ ਔਨਲਾਈਨ ਕਰਨੇ ਪੈ ਰਹੇ ਨੇ ਪੜ੍ਹਾਈ ਦੇ, ਅਤੇ ਇਹਨਾਂ ਸਕੂਲਾਂ ਨੂੰ ਇੱਕ ਲਾਈਵ ਜਿੰਦੇ ਰੱਖਣਾ
ਚੱਲਦੇ ਰੱਖਣਾ, ਸਾਰੇ ਸਟਾਫ ਨੂੰ ਮੇਨਟੇਨ ਕਰਨਾ ਬਹੁਤ ਬੜਾ ਇਸ ਵੇਲੇ ਜੋ ਫਾਈਨੈਂਸ਼ੀਅਲ ਚੈਲੰਜ ਹੈ। ਨਾਲ ਹੀ ਨਾਲ ਉਹਨਾਂ ਨੂੰ ਨਾਲ ਪੜ੍ਹਾਈ ਉਹਨਾਂ ਦੀ ਨਾ ਸਫਰ ਹੋਏ, ਆਨਲਾਈਨ ਕਲਾਸਾਂ ਨਾਲ ਕਰਦੇ ਰਹਿਣਾ, ਉਹਦੇ ਵਿੱਚ ਬਹੁਤ ਹੀ ਜ਼ਿਆਦਾ ਕੰਪਿਊਟਰਾਂ ਦੀ ਲੋੜ ਸੀ। ਸੋ ਜਿਹਦੇ ਵਿੱਚ ਸਾਡੇ ਕੋਲ ਮੈਨੂੰ ਲੱਗਦਾ ਹੁਣ ਤੱਕ ਨੀਅਰਲੀ 190 ਡੋਨੇਸ਼ਨਸ ਕੰਪਿਊਟਰਾਂ ਵਾਸਤੇ ਆ ਚੁੱਕੀਆਂ, ਪਰ 129 ਸਕੂਲਾਂ ਦੇ ਵਿੱਚ 70,000 ਬੱਚਿਆਂ ਵਾਸਤੇ ਰਿਕੁਆਇਰਮੈਂਟ ਬਹੁਤ ਵੱਡੀ ਹੈ। ਫਿਰ ਵੀ ਸੰਗਤ ਅੱਗੇ ਅਪੀਲ ਹੈ ਕਿ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜੋ ਤੁਸੀਂ ਸਾਡਾ ਪ੍ਰੋਗਰਾਮ ਸੁਣ ਕੇ ਸਾਨੂੰ ਸਪੋਰਟ ਕਰਦੇ ਹੋ। ਅੱਗੇ ਤੋਂ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਤੁਸੀਂ ਆਪ ਵੀ ਇਸ ਪ੍ਰੋਗਰਾਮ ਦੇ ਨਾਲ ਜੁੜੋ, ਇਸ ਮਿਸ਼ਨ ਦੇ ਨਾਲ ਜੁੜੋ, ਜੋ ਕਿ ਬਾਬਾ ਜੀ ਦਾ ਮਿਸ਼ਨ ਹੈ ਕਲਗੀਧਰ ਟਰੱਸਟ ਦਾ, ਕਿ ਪਿੰਡਾਂ ਦੇ ਵਿੱਚ ਜਾ ਕੇ ਸਕੂਲ ਖੋਲ੍ਹਣੇ। ਪਿੰਡਾਂ ਦੇ ਵਿੱਚ ਸਕੂਲ ਖੋਲ੍ਹਣ ਦਾ ਮਕਸਦ ਕੋਈ ਪੈਸਾ ਕਮਾਉਣਾ ਨਹੀਂ ਹੁੰਦਾ। ਪਿੰਡਾਂ ਦੇ ਵਿੱਚ ਤੇ ਟੀਚਰ ਲੱਭਣੇ ਵੀ ਬੜੇ ਮੁਸ਼ਕਿਲ ਹੋ ਜਾਂਦੇ ਨੇ। ਪਿੰਡਾਂ ਦੇ ਵਿੱਚ ਬੱਚਿਆਂ ਦੀ ਤੁਹਾਨੂੰ ਪਤਾ ਕਿ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਕਿਸਾਨ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਕਿੰਨੀ ਇਹਨਾਂ ਦੀ ਆਮਦਨ ਹੈ, ਮਸੀ ਹੈਂਡ ਟੂ ਮਾਊਥ ਸਿਚੁਏਸ਼ਨ ਹੈ, ਫੀਸਾਂ ਨਹੀਂ ਦੇ ਸਕਦੇ। ਸੋ ਉਹਨਾਂ ਦੀ ਹਰ ਇੱਕ ਸਟੂਡੈਂਟ ਨੂੰ ਜਿੰਨੀ ਵੀ ਕੰਸੈਸ਼ਨ ਦੇ ਸਕਦੇ ਆ ਉਹ ਦਿੱਤੀ ਜਾਂਦੀ ਹੈ। ਨੀਅਰਲੀ 70,000 ਵਿੱਚੋਂ 28,000 ਬੱਚੇ ਕੰਸੈਸ਼ਨ 'ਤੇ ਹਨ। ਬਾਕੀ ਜਿੰਨੇ ਵੀ ਤੁਸੀਂ, ਕਿਉਂਕਿ ਗਿਣਤੀ ਜਿਹੜੀ ਡਿਮਾਂਡ ਹੈ ਬੱਚਿਆਂ ਦੀ ਉਹ ਲੱਖਾਂ ਦੇ ਵਿੱਚ ਹੈ। ਜਿਹੜੀ ਸਾਡੀ ਸਪਲਾਈ ਹੈ 129 ਸਕੂਲ ਜੋ ਕਿ 6,500 ਪਿੰਡ ਕਵਰ ਕਰਦੇ ਹਨ, ਫਿਰ ਵੀ ਸਾਡੇ ਕੋਲ ਸਿਰਫ ਅਸੀਂ 70,000 ਬੱਚੇ ਨੂੰ ਹੀ ਹਾਲੇ ਅਫੋਰਡ ਕਰ ਸਕਦੇ ਹਾਂ, ਜੋ ਕਿ ਟਾਰਗੇਟ ਹੈ ਕਿ ਪੂਰਾ ਪੰਜਾਬ ਨੂੰ ਕਵਰ ਕਰਨ ਵਾਸਤੇ 500 ਸਕੂਲਾਂ ਦਾ ਨੈਟਵਰਕ ਚਾਹੀਦਾ ਹੈ। ਅਤੇ ਉਹਦੇ ਵਾਸਤੇ ਫਿਰ ਜੇ ਸਕੂਲਾਂ ਦੇ ਜਿਹੜੇ ਖਰਚੇ ਹੈ, ਬਿਲਡਿੰਗਾਂ ਦੇ ਖਰਚੇ, ਓਵਰਹੈੱਡ ਟੀਚਰਾਂ ਦੇ ਖਰਚੇ, ਉਹ ਤੇ ਬਿਨਾਂ ਫੀਸ ਤੋਂ ਚੱਲ ਨਹੀਂ ਸਕਦੇ। ਉਹਦੇ ਵਿੱਚ ਜਿਹੜੇ ਫੀਸਾਂ ਦੇ ਸਕਦੇ ਆ ਦੇ ਆਰ ਮੋਸਟ ਵੈਲਕਮ ਆਲ ਦਾ ਟਾਈਮ। ਸੋ ਉਹਨਾਂ ਨੂੰ ਬਿਲਕੁਲ ਵਰਲਡ ਕਲਾਸ ਐਜੂਕੇਸ਼ਨ ਮਿਲ ਰਹੀ ਹੈ। ਜਿਹੜੇ ਫੀਸਾਂ ਨਹੀਂ ਦੇ ਸਕਦੇ ਉਹਨਾਂ ਵਾਸਤੇ ਸਾਡੀ ਬਹੁਤ ਹੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕਲਗੀਧਰ ਪਾਤਸ਼ਾਹ ਦਾ ਜੋ ਸੁਪਨਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਅਸੀਂ ਅੱਜ ਉਹਨਾਂ ਹਜ਼ਾਰਾਂ ਦੇ ਵਿੱਚ ਆਪਣੀ ਜੇ ਗਿਣਤੀ ਕਰਾਉਣੀ ਹੈ, ਤੇ ਸਾਡਾ ਇੱਕ ਮਾਮੂਲੀ ਸਭ ਤੋਂ ਇੱਕ ਫਸਟ ਸਟੈਪ ਸਾਡਾ ਇਹ ਬਣ ਜਾਂਦਾ ਕਿ ਅਸੀਂ ਇੱਕ ਬੱਚੇ ਦੀ ਐਜੂਕੇਸ਼ਨ ਅਸੀਂ ਸਪੋਂਸਰ ਕਰੀਏ। ਤਾਂ ਹੀ ਅਸੀਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਕਿ ਹਾਂ ਜਿਨ੍ਹਾਂ ਨੇ ਇਸ ਪਾਸੇ ਕਦਮ ਚੱਕਿਆ ਉਹਨਾਂ ਨੂੰ ਕੋਈ ਨਹੀਂ ਰਹੀ। ਸੋ ਅਸੀਂ ਹੁਣ ਮੁੜ ਕੇ ਅੱਜ ਦੇ ਮੁੱਦੇ ਤੇ ਆਈਏ ਕਿ ਐਜੂਕੇਸ਼ਨ ਸਿਸਟਮ ਬਾਰੇ ਤੇ ਗੁਰਬਾਣੀ ਦਾ ਫਰਮਾਨ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਵਿਦਿਆ ਦੇ ਉੱਤੇ ਵਿਚਾਰ ਕਰਨਾ, ਜਿਹੜਾ ਵਿਦਿਆ ਹੈ ਨੌਲੇਜ ਨੂੰ ਗੇਨ ਕਰਨਾ, ਉਹਦੀ ਐਨਾਲਿਸਿਸ ਕਰਨੀ, ਉਹਦੇ ਹਿਸਾਬ ਨਾਲ ਆਪਣਾ ਜੀਵਨ ਢਾਲਣਾ। ਸੋ ਵਿਦਿਆ ਦੀ ਪ੍ਰਾਪਤੀ ਕਰਨ ਲਈ ਵਿਚਾਰ ਲਿਆ ਤੇ ਅਮਲ ਕਰ ਲਿਆ, ਉਹੀ ਪਰਉਪਕਾਰੀ ਅਸਲੀ ਜੋ ਬੈਨੀਫੀਸ਼ੀਅਰੀ ਹੈ, ਜੋ ਇਸ ਚੀਜ਼ ਦਾ ਫਾਇਦਾ ਉਠਾ ਰਿਹਾ ਹੈ, ਉਹਨੂੰ ਹੀ ਅਸੀਂ ਪੜ੍ਹਿਆ ਮੰਨਦੇ ਹਾਂ। ਅਦਰਵਾਈਜ਼ ਗੁਰਬਾਣੀ ਦਾ ਫਰਮਾਨ ਤਾਂ ਹੈ ਕਿ ਪੜ੍ਹਿਆ ਮੂਰਖ ਆਖੀਏ ਜਿਤ ਲਬ ਲੋਭ ਹੰਕਾਰ। ਸੋ ਜਿਹੜੀ ਅੱਜ ਕੱਲ੍ਹ ਦੀ ਪੜ੍ਹਾਈ ਹੈ, ਦੁਨਿਆਵੀ ਪੜ੍ਹਾਈ ਹੈ, ਉਹ ਤੁਹਾਨੂੰ ਹੰਕਾਰੀ ਬਣਾ ਰਹੀ ਹੈ, ਲੋਭੀ ਬਣਾ ਰਹੀ ਹੈ, ਇੱਕ ਪੈਸਾ ਕਮਾਉਣ ਵਾਲੀ ਮਸ਼ੀਨ ਬਣਾ ਰਹੀ ਹੈ। ਹੁਣ ਤੇ ਮਤਲਬ ਕੋਈ ਚੀਜ਼ ਇਹੋ ਲੁਕੀ ਨਹੀਂ ਰਹੀ। ਹਰ ਇੱਕ ਸੰਗਤ ਇਸ ਵਾਸਤੇ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਕਿ ਕੀ ਮੈਂ ਕਹਾਂ, ਮੇਰਾ ਤਾਂ ਮਨ ਬੜਾ ਦੁੱਖ ਦਾ ਕਿ ਹਰ ਇੱਕ ਇਨਸਾਨ ਇਸ ਤਰ੍ਹਾਂ ਵਿਕਾਊ ਹੋ ਗਿਆ ਹੈ ਕਿ ਜਿਹਨੂੰ ਵੈਲਿਊ ਸਿਸਟਮ ਦਾ ਪਤਾ ਹੀ ਕੁਛ ਨਹੀਂ। ਸਿੱਖ ਦਾ ਕਿਰਦਾਰ ਜਿਹੜਾ ਬਹੁਤ ਉੱਚਾ ਕਿਰਦਾਰ ਹੈ ਕਿ ਸਿੱਖ ਉਹੀ ਹੈ ਜਿਹੜਾ ਸਟੈਂਡ ਲੈਂਦਾ। ਅੱਜ ਪੰਜਾਬ ਦੇ ਵਿੱਚ ਮੈਨੂੰ ਬੰਦਾ ਦਿਸ ਹੀ ਨਹੀਂ ਰਿਹਾ ਕੋਈ ਸਟੈਂਡ ਲੈਣੇ ਵਾਲਾ। A to Z ਸਾਨੂੰ ਸਭ ਵਿਕਾਊ ਦਿਸ ਰਹੇ ਨੇ। ਸੋ ਇਹ ਸਾਰੀ ਹੈਗੀ ਹੈ ਲੈਕ ਆਫ ਐਜੂਕੇਸ਼ਨ। ਸੋ ਜੇ ਐਜੂਕੇਸ਼ਨ ਸਿਸਟਮ ਸਾਡਾ ਪੰਜਾਬ ਦਾ ਠੀਕ ਹੁੰਦਾ ਤਾਂ ਅੱਜ ਜੋ ਉੱਥੇ ਦੁਰਦਸ਼ਾ ਹੋਈ ਹੈ, ਜੋ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ, ਜੋ ਆਪਣੀ ਖਰੀਦੋ ਫਰੋਖਤ ਹੋ ਰਹੀ ਹੈ, ਜੋ ਕਰੈਕਟਰ ਅਸੈਸੀਨੇਸ਼ਨ ਹੋ ਰਿਹਾ, ਜੋ ਨਸ਼ਿਆਂ ਦਾ ਹੜ੍ਹ ਚੱਲ ਰਹੇ ਨੇ, ਤੇ ਅੱਗੇ ਕੋਈ ਆਸ ਨਹੀਂ ਦਿਸ ਰਹੀ ਹੈ ਇਸ ਵੇਲੇ। ਉੱਥੇ ਪੂਰਾ ਪੋਲੀਟੀਕਲ ਦੰਗਲ ਚੱਲ ਰਿਹਾ ਹਰ ਪਾਸੇ। ਜੋ ਕਿ ਰਾਜਨੀਤੀ ਹੈ ਉਹ ਧਰਮ ਨੀਤੀ ਦੇ ਉੱਤੇ ਬਿਲਕੁਲ ਹਾਵੀ ਨਹੀਂ ਹੋ ਗਈ, ਕਿ ਧਰਮ ਨੀਤੀ ਨੂੰ ਬਿਲਕੁਲ ਹੀ ਕਮਰਸ਼ੀਅਲਾਈਜ਼ ਕਰਤਾ, ਮੋਨੇਟਾਈਜੇਸ਼ਨ ਹੋ ਗਈ ਹੈ ਧਰਮ ਦੀ। ਸੋ ਇਹਨਾਂ ਦੇ ਵਿੱਚੋਂ ਅਸੀਂ ਜੇ ਹੁਣ ਵਿਦਿਆ ਦਾ ਹੀ ਰੋਲ ਹੈ ਕਿ ਇਸ ਚੀਜ਼ ਉੱਤੇ ਇਹਨੂੰ ਓਵਰਕਮ ਕਰਨ ਵਾਸਤੇ ਜੋ ਐਜੂਕੇਸ਼ਨ ਸਿਸਟਮ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਿਹਾ, ਨਿਤਨੇਮ ਨਾਲ ਜੋੜ ਰਿਹਾ, ਉਹੋ ਹੀ ਐਜੂਕੇਸ਼ਨ ਸਿਸਟਮ ਸਾਨੂੰ ਇਸ ਵੇਲੇ ਚਾਹੀਦਾ ਹੈ। ਕਿਉਂਕਿ ਜੇ ਅਸੀਂ ਐਜੂਕੇਸ਼ਨ ਸਿਸਟਮ ਬਾਰੇ ਜਨਰਲ ਤੁਸੀਂ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਹੁਣ ਵੈਸਟਰਨ ਸਕੂਲਾਂ ਦਾ ਲੈ ਲਓ, ਵਰਲਡ ਦੇ ਟੌਪ ਕਲਾਸ ਸਕੂਲਾਂ ਦਾ ਜੇ ਅਸੀਂ ਕੋਈ ਵੀ ਐਜੂਕੇਸ਼ਨ ਸਿਸਟਮ ਦੀ ਮੇਜਰ ਲਈਏ, ਵੈਸੇ ਤਾਂ ਇਹ ਗਿਆਨ ਕੋਈ ਇੰਨਾ ਸਮਝਣਾ ਵੀ ਔਖਾ ਨਹੀਂ, ਲੱਭਣਾ ਵੀ ਔਖਾ ਨਹੀਂ। ਅੱਜ ਕੱਲ੍ਹ ਤਾਂ ਇੰਟਰਨੈਟ 'ਤੇ ਹਰ ਇੱਕ ਚੀਜ਼ ਦੀ ਟਰਾਂਸਲੇਸ਼ਨ, ਜੋ ਕੁਛ ਵੀ ਹੈ, ਕੋਈ ਵੀ ਕੁਐਸਚਨ ਹੈ ਉਹਦਾ ਤੁਹਾਨੂੰ ਇੰਟਰਨੈਟ 'ਤੇ ਆਨਸਰ ਮਿਲ ਜਾਂਦਾ ਹੈ। ਸੋ ਕਿਸੇ ਨੇ ਕਿਹਾ ਸੀ ਕਿ ਕਾਮਨ ਸੈਂਸ ਇਜ਼ ਦ ਮੋਸਟ ਰੇਅਰ ਸੈਂਸ। ਉਹ ਗੱਲ ਬਹੁਤ ਸੱਚੀ ਹੈ। ਜਿਹੜੀ ਚੀਜ਼ ਹਰ ਇਨਸਾਨ ਚਾਹੁੰਦਾ ਕਿ ਹਰ ਇੱਕ ਇਨਸਾਨ ਨੂੰ ਪਤਾ, ਜੇ ਅਸੀਂ
ਸਾਰਾ ਨੌਲੇਜ ਸਾਈਡ ਤੇ ਰੱਖ ਦਈਏ, ਸਿਰਫ ਅਸੀਂ ਕਾਮਨ ਸੈਂਸ ਦੀ ਗੱਲ ਕਰੀਏ ਕਿ ਕਾਮਨ ਸੈਂਸ ਹੈ ਕਿ ਅਸੀਂ ਕਿਸੇ ਦੇ ਨਾਲ ਹੇਰਾਫੇਰੀ ਨਾ ਕਰੀਏ, ਕਾਮਨ ਸੈਂਸ ਹੈ ਕਿ ਅਸੀਂ ਆਪਣਾ ਇਮਾਨਦਾਰੀ ਦੇ ਨਾਲ ਆਪਣਾ ਕਮਾਈ ਕਰੀਏ, ਕਾਮਨ ਸੈਂਸ ਹੀ ਹੈ ਗੁਰੂ ਨਾਨਕ ਦੇਵ ਜੀ ਦੀ ਜੋ ਫਿਲਾਸਫੀ ਕਿ ਨਾਮ ਜਪੋ ਕਿਰਤ ਕਰੋ ਵੰਡ ਛਕੋ। ਕਾਮਨ ਸੈਂਸ ਹੀ ਹੈ ਕਿ ਸਾਨੂੰ ਕੋਈ ਨੁਕਸਾਨ ਨਹੀਂ ਇਸ ਚੀਜ਼ ਨੂੰ ਮੰਨਣ ਵਾਸਤੇ ਕਿ ਇੱਕ ਪਰਮਾਤਮਾ, ਇੱਕ ਸੁਪਰ ਨੈਚੁਰਲ, ਇੱਕ ਸਭ ਤੋਂ ਵੱਡੀ ਤਾਕਤ ਹੈ ਜੋ ਸਾਨੂੰ ਵਾਚ ਕਰ ਰਹੀ ਹੈ। ਸੋ ਕਿ ਅਸੀਂ ਉਸ ਇੱਕ ਡਿਸਿਪਲਿਨ, ਜੋ ਡਿਵਾਈਨ ਡਿਸਿਪਲਿਨ ਹੈ, ਉਹਦੇ ਵਿੱਚ ਰਹਿ ਸਕੀਏ, ਉਹਦੇ ਵਿੱਚ ਆ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਲਈਏ, ਇੱਕ ਖੁਸ਼ੀਆਂ ਭਰਿਆ ਜੀਵਨ ਜੀ ਸਕੀਏ। ਸੋ ਇਹ ਇੱਕ ਐਜੂਕੇਸ਼ਨ ਸਿਸਟਮ ਹੈ ਜਿਹਦੀ ਕਿ ਮੈਂ ਕਹਿੰਦਾ ਜੋ ਕਿ ਇੱਕ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਬਹੁਤ ਹੀ ਅਰਲੀ ਸਟੇਜਸ ਤੋਂ, ਨਰਸਰੀ, ਰਿਸੈਪਸ਼ਨ, KG, ਬੱਚੇ ਦਾ ਸਕੂਲ ਜਾਣ ਦੇ ਪਹਿਲੇ ਦਿਨ ਤੋਂ ਇਹੋ ਹੋ ਜਾਣਾ ਚਾਹੀਦਾ ਹੈ ਕਿ ਭਾਈ ਆਹ ਹੈ ਇਨਸਾਨੀਅਤ, ਇਨਸਾਨੀਅਤ ਦੇ ਆਹ ਰੋਲ ਆ, ਇਹਨਾਂ ਦੇ ਉੱਤੇ ਕੰਪਰੋਮਾਈਜ਼ ਅਸੀਂ ਨਹੀਂ ਕਰਨਾ। ਜੇ ਇਹ ਸਟੈਂਡ ਸਾਡੇ ਐਜੂਕੇਸ਼ਨ ਸਿਸਟਮ ਨੇ ਅੱਜ ਤੱਕ ਲਿਆ ਹੁੰਦਾ ਤਾਂ ਅੱਜ ਇਸ ਦੁਨੀਆ ਦੇ ਵਿੱਚ ਕੋਈ ਵੀ ਗਰੀਬ ਨਹੀਂ ਹੋਣਾ ਸੀ, ਕੋਈ ਵੀ ਐਸਾ ਇਨਸਾਨ ਨਹੀਂ ਹੋਣਾ ਸੀ ਜਿਹੜਾ ਕਿ ਰਾਤ ਨੂੰ ਭੁੱਖਾ ਸੌਂਦਾ, ਜਿਹਦੇ ਤਨ ਤੇ ਕੱਪੜਾ ਨਾ ਹੁੰਦਾ ਜਾਂ ਸਿਰ ਤੇ ਛੱਤ ਨਾ ਹੁੰਦੀ। ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਬਹੁਤ ਹੀ ਵੱਡੀ ਪਰਸੈਂਟੇਜ ਜਿਹੜੀ ਸਾਡੀ ਵਰਲਡ ਦੀ ਪਾਪੂਲੇਸ਼ਨ ਹੈ, ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਬਿਲੋ ਪਾਵਰਟੀ ਲਾਈਨ ਹੈ। ਫਿਰ ਹੁਣ ਇਹੋ ਇੰਡੈਕਸ, ਬੜੇ ਇੰਡੈਕਸ ਕ੍ਰੀਏਟ ਕਰ ਦਿੰਦੇ ਨੇ ਜਿਹੜੇ ਐਜੂਕੇਸ਼ਨ, ਹੈਪੀਨੈਸ ਇੰਡੈਕਸ ਹੋ ਗਿਆ, ਓਨੈਸਟੀ ਇੰਡੈਕਸ ਹੋ ਗਿਆ, ਪ੍ਰੋਸਪੈਰਿਟੀ ਇੰਡੈਕਸ ਹੋ ਗਿਆ, ਉਹ ਇੰਡੈਕਸ ਤੇ ਬਣਾਈ ਜਾਂਦੇ ਨੇ, ਸਟੈਟਿਸਟਿਕਸ ਕਰੀ ਜੋ ਕਰਨਾ ਹੈ। ਪਰ ਜਿਹੜੀ ਤਰੱਕੀ ਅਸੀਂ ਇੱਕ ਟੈਕਨੀਕਲ ਐਂਡ ਸਾਇੰਸ ਨੂੰ ਜੋ ਇੰਪੋਰਟੈਂਸ ਦੇ ਕੇ ਇਸ ਵਿਦਿਆ, ਜਿਹੜਾ ਐਜੂਕੇਸ਼ਨ ਸਿਸਟਮ ਦਾ ਪੂਰਾ ਘਾਣ ਕੀਤਾ ਕਿ ਜਿਹੜੀ ਅਸੀਂ ਹਿਊਮਨ ਵੈਲਿਊਜ਼ ਹੈ, ਜਿਹੜੀ ਕਾਮਨ ਸੈਂਸ ਹੈ, ਜੋ ਹਿਊਮਨ ਰਾਈਟਸ ਦੀ ਪ੍ਰੋਟੈਕਸ਼ਨ ਹੈ, ਜੋ ਇੱਕ ਲੋ ਐਂਡ ਆਰਡਰ ਹੋਣਾ ਚਾਹੀਦਾ ਸੀ। ਹੁਣ ਕਿਹੜਾ ਐਜੂਕੇਸ਼ਨ ਸਿਸਟਮ ਹੈ, ਕਿਹੜੀ ਦੁਨੀਆ ਦੀ ਸੁਸਾਇਟੀ ਹੈ ਜਿਹੜੀ ਨਹੀਂ ਕਹੇਗੀ ਕਿ ਹਾਂ ਹਰ ਇੱਕ ਬੱਚਾ ਜੋ ਇਸ ਦੁਨੀਆ ਦੇ ਵਿੱਚ ਆਉਂਦਾ ਉਹਦਾ ਬਰਾਬਰ ਹੱਕ ਬਣਦਾ ਹੈ ਕਿ ਉਹਨੂੰ ਐਜੂਕੇਸ਼ਨ ਕਿਸੇ ਹੋਰ ਬੱਚੇ ਤੋਂ ਘੱਟ ਨਹੀਂ ਮਿਲਣੀ ਚਾਹੀਦੀ। ਉਹ ਨਹੀਂ ਹੋ ਰਿਹਾ। ਦੂਸਰਾ ਹੈ ਕਿ ਮੈਡੀਕਲ ਦੇ ਉੱਤੇ ਦੇਖੋ, ਸਾਰੀਆਂ ਚੈਨਲਾਂ ਮੈਡੀਕਲ ਤੇ ਅਪੀਲ ਕਰਕੇ ਲੋਕਾਂ ਦਾ, ਉਹਨਾਂ ਤੋਂ ਫੰਡਿੰਗ ਲੈ ਰਹੀ ਹੈ, ਜੋ ਕੁਝ ਵੀ ਹੋ ਰਿਹਾ। ਪਰ ਇਹ ਇੱਕ ਸਾਡੀ ਮੋਰਲ ਓਬਲੀਗੇਸ਼ਨ ਹੈ ਕਿ ਹਿਊਮਨ ਰਾਈਟਸ ਬਣ ਜਾਂਦਾ, ਇੱਕ ਐਜੂਕੇਸ਼ਨ ਸਿਸਟਮ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਐਜੂਕੇਸ਼ਨ ਹਰ ਇੱਕ ਬੱਚੇ ਦਾ ਰਾਈਟ ਹੈ, ਮੈਡੀਕਲ ਹਰ ਇੱਕ ਇਨਸਾਨ ਦਾ ਰਾਈਟ ਹੈ। ਤੇ ਇਹ ਚੀਜ਼ਾਂ ਹੋ ਗਿਆ, ਐਜੂਕੇਸ਼ਨ ਹੋ ਗਿਆ, ਮੈਡੀਕਲ ਹੋ ਗਿਆ, ਤੇ ਜਿਹੜੀ ਲੋ ਐਂਡ ਆਰਡਰ ਹੈ। ਹੁਣ ਇੱਥੇ ਕੋਈ ਤੁਸੀਂ ਇੱਕ ਜਿਹੜਾ ਬਿਲਕੁਲ ਜੋ ਇੱਕ ਇਮਾਨਦਾਰ ਇਨਸਾਨ ਹੈ, ਉਹ ਇੱਥੇ ਦਾ ਜਿਹੜਾ ਇੱਕ ਲੋ ਸਿਸਟਮ ਹੈ, ਕਿਸੇ ਲੋਅਰ ਦੀ ਕਾਸਟ ਲੈ ਕੇ ਕਿਸੇ ਨੂੰ ਕੋਰਟ ਲਿਜਾਣਾ, ਕਿਸੇ ਨੂੰ ਟ੍ਰਿਬਿਊਨਲ 'ਚ ਲਿਜਾਣਾ, ਹਾਈ ਕੋਰਟ 'ਚ ਲਿਜਾਣਾ, ਉਹ ਸੋਚ ਵੀ ਨਹੀਂ ਸਕਦਾ। ਕਿਉਂਕਿ ਜਿਹੜਾ ਲੋ ਐਂਡ ਆਰਡਰ ਇੰਨਾ ਇਹੋ ਮੇਨਟੇਨ ਕਰਨਾ, ਇਹਦੀ ਕਾਸਟ ਹੀ ਇੰਨੀ ਹੈ ਕਿ ਆਮ ਗਰੀਬ ਆਦਮੀ ਉਹ ਅਫੋਰਡ ਹੀ ਨਹੀਂ ਕਰ ਸਕਦਾ। ਸੋ ਜਿਹੜੀਆਂ ਚੀਜ਼ਾਂ ਕਿ ਬੇਸਿਕ ਨੈਸੈਸਿਟੀਜ਼ ਇੱਕ ਸੁਸਾਇਟੀ ਨੂੰ ਬੜੀ ਫੇਅਰ ਸੁਸਾਇਟੀ, ਪ੍ਰੋਗਰੈਸਿਵ ਸੁਸਾਇਟੀ, ਹੈਪੀ ਸੁਸਾਇਟੀ ਬਣਾਉਣ ਵਾਸਤੇ ਚਾਹੀਦੀਆਂ, ਉਹ ਚੀਜ਼ਾਂ ਪ੍ਰੋਵਾਈਡ ਹੀ ਨਹੀਂ ਹੋ ਰਹੀਆਂ। ਜੇ ਇਹ ਚੀਜ਼ਾਂ ਪ੍ਰੋਵਾਈਡ ਨਹੀਂ ਹੋ ਰਹੀਆਂ ਤਾਂ ਸਾਡਾ ਐਜੂਕੇਸ਼ਨ ਸਿਸਟਮ ਫੇਲ ਹੈ। ਉਹਦਾ ਅਸੀਂ ਉਹਦਾ ਦੇਖ ਰਹੇ ਹਾਂ, ਉਹਦਾ ਜੋ ਵੀ ਸੰਤਾਪ ਅਸੀਂ ਸਾਰੇ ਭੋਗ ਰਹੇ ਹਾਂ। ਸੋ ਇੱਕ ਬਹੁਤ ਹੀ ਵੱਡੀ ਵਿਲੱਖਣਤਾ ਹੈ ਜੋ ਕਿ ਇੱਕ ਸੰਤ ਮਹਾਰਾਜ ਹੀ ਇਸ ਪਾਸੇ ਨੂੰ ਸੋਚ ਸਕਦੇ ਨੇ। ਸੰਤ ਅਤਰ ਸਿੰਘ ਜੀ ਤੋਂ ਲੈ ਕੇ ਫਿਰ ਸੰਤ ਤੇਜਾ ਸਿੰਘ ਜੀ, ਤੇ ਹੁਣ ਬਾਬਾ ਇਕਬਾਲ ਸਿੰਘ ਜੀ ਜੋ ਕਿ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਪੰਥ ਰਤਨ ਦਾ, ਜਿਨ੍ਹਾਂ ਨੂੰ ਇੱਕ ਰੁਤਬਾ ਦਾਨ ਕੀਤਾ ਹੈ ਪੰਥ ਨੇ, ਪੰਥ ਆਗੂਆਂ ਨੇ। ਸੋ ਅਸੀਂ ਉਹਨਾਂ ਦੀ ਝੋਲੀ ਦੇ ਵਿੱਚ ਆਪਣੀ ਥੋੜ੍ਹੀ ਬਹੁਤ ਸੇਵਾ ਵੀ ਪਾ ਸਕੀਏ ਤੇ ਸਮਝ ਲਓ ਕਿ ਸਾਡਾ ਜੀਵਨ ਆਇਆ ਸਫਲ ਹੋ ਜਾਏਗਾ। ਕਿਉਂਕਿ ਉਹ ਬਹੁਤ ਵੱਡੀ ਗੱਲ ਹੈ ਕਿ ਜੈਸੇ ਸੱਤ ਮੰਦਰ ਕੰਚਨ ਕੇ ਸਾਰਦੀ ਨੇ, ਕਿ ਤੁਸੀਂ ਇੱਕ ਪਾਸੇ 100 ਮੰਦਰ ਸੋਨੇ ਦਾ ਬਣਾ ਦਿਓ ਤੇ ਇੱਕ ਪਾਸੇ ਇੱਕ ਗੁਰਮਤ ਦਾ ਗਿਆਨ ਇੱਕ ਬੱਚੇ ਨੂੰ ਦੇ ਦਿਓ, ਉਹਨੂੰ ਬਰਾਬਰ ਹੈ। ਸੋ ਜਿਹੜਾ ਬੱਚਾ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿੱਤਾ, ਉਹਦੀ ਤਾਂ ਸਾਰਾ ਜੀਵਨ ਹੀ ਉਹਦਾ ਸਫਲ ਹੋ ਗਿਆ। ਸੋ ਇੱਕ ਅਸੀਂ ਇਸ ਤਰ੍ਹਾਂ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਵੈਲਿਊਜ਼, ਅਸੀਂ ਉਹ ਵੈਲਿਊ ਜਿਹੜੀ ਗੁਰਮਤ ਵੈਲਿਊ, ਜਿਹੜੀ ਮਨਮਤ ਵੱਲੋਂ ਤੁਹਾਨੂੰ ਹਟਾ ਕੇ ਗੁਰਮਤ ਨਾਲ ਜੋੜਦੇ ਹਨ, ਉਹ ਵੈਲਿਊ ਸਿਸਟਮ ਅਸੀਂ ਬੱਚਿਆਂ ਨੂੰ ਦਈਏ। ਜੇ ਅਸੀਂ ਉਹ ਪ੍ਰਾਇਮਰੀ ਐਜੂਕੇਸ਼ਨ 'ਚ ਨਹੀਂ ਦੇ ਸਕਦੇ ਤੇ ਉਹ ਸੈਕੰਡਰੀ ਐਜੂਕੇਸ਼ਨ 'ਚ ਉਹ ਤੁਹਾਨੂੰ 100 ਟਾਈਮਸ ਡਿਫੀਕਲਟ ਹੋ ਜਾਂਦਾ ਕਿ ਬੱਚਿਆਂ ਦਾ ਮਾਈਂਡ ਸੈਟ ਚੇਂਜ ਕਰਨਾ, ਇਸ ਪਾਸੇ ਨੂੰ ਲੈ ਕੇ ਜਾਣਾ। ਸੋ ਇਹ ਬਹੁਤ ਹੀ ਜ਼ਰੂਰੀ ਹੈ ਕਿ ਇਹ ਜਿਹੜਾ ਟਰੱਸਟ ਦੇ ਸਕੂਲਾਂ ਦਾ ਕਲਚਰ ਹੈ, ਉਹ ਇਸੀ ਕਰਕੇ ਹਰ ਇੱਕ ਸਕੂਲ ਪਹਿਲੀ ਜੋ ਰਿਸੈਪਸ਼ਨ KG ਲੋਅਰ ਕਲਾਸਿਸ ਤੋਂ ਸ਼ੁਰੂ ਹੋ ਕੇ ਇੱਕ ਕਲਾਸ ਹੀ ਉਹ ਅੱਗੇ ਵੱਧਦੀ ਨਹੀਂ। ਇਹ ਨਹੀਂ ਹੋਇਆ ਕਿ ਜਦੋਂ ਸਕੂਲ ਖੋਲ੍ਹਿਆ ਤੇ ਅਸੀਂ ਪਹਿਲੀ ਕਲਾਸ ਤੋਂ ਲੈ ਕੇ 10+2 12 ਕਲਾਸਾਂ ਦੇ ਬੱਚੇ ਇੱਧਰ ਉੱਧਰ ਇਕੱਠੇ ਕਰ ਲਏ, ਕਿਉਂਕਿ ਉਹ ਕਲਚਰ ਮੇਨਟੇਨ ਨਹੀਂ ਹੁੰਦਾ। ਉਸ ਕਲਚਰ ਨੂੰ ਮੇਨਟੇਨ ਕਰਨ ਲਈ ਜੋ ਇਹ ਫਾਰਮੂਲਾ ਯੂਜ਼ ਕਰ ਰਿਹਾ, ਪਿੰਡ ਦੇ ਵਿੱਚ ਸੰਗਤਾਂ ਕੋਈ ਲੈਂਡ ਡੋਨੇਸ਼ਨ ਕਰਾਉਣੀਆਂ ਨੇ, ਉੱਥੇ ਬਿਲਡਿੰਗ 2 ਕਮਰੇ ਬਣਾ ਕੇ
ਉੱਥੇ ਨਰਸਰੀ KG ਰਿਸੈਪਸ਼ਨ ਤੋਂ ਲੈ ਕੇ ਈਅਰ 1 ਵਾਲਾ ਇਹੋ ਸਿਸਟਮ ਜਿਹੜਾ ਉਹ ਆਪਣਾ ਸ਼ੁਰੂ ਕਰ ਦਿੰਦੇ ਨੇ। ਸੋ ਉਹ ਜਿਹੜਾ ਕਲਚਰ ਹੈ ਕਿ ਬੱਚਾ ਉਸ ਕਲਚਰ ਦੇ ਵਿੱਚ ਹੀ ਗਰੋ ਹੁੰਦਾ। ਸੋ ਉਹ ਬੱਚਾ ਜਿਹੜਾ ਉਸ ਕਲਚਰ 'ਚ ਆ ਗਿਆ, ਨੀਅਰਲੀ 90% ਸਕਸੈਸ ਰੇਟ ਹੈ ਕਿ ਉਹ ਹਮੇਸ਼ਾ ਦੇ ਹਮੇਸ਼ਾ ਵਾਸਤੇ ਉਹਦਾ ਜੀਵਨ ਹੈ ਗੁਰਮਤ ਵਾਲੀ ਲਾਈਨ ਦੇ ਉੱਤੇ ਢਲ ਗਿਆ। ਤੇ ਗੁਰਮਤ ਜਿਹੜਾ ਗੁਰਮਤ ਪਾਸੇ ਨੂੰ ਚੱਲ ਉਹਨੂੰ ਤਾਂ ਦੇਖੋ ਕੋਈ ਹਿਲਾ ਹੀ ਨਹੀਂ ਸਕਦਾ। ਜਿੱਥੇ ਦੇਖੋ ਗੁਰਬਾਣੀ ਦਾ ਤਾਂ ਫਰਮਾਨ ਹੈ ਕਿ ਇੱਕ ਸਿੱਖ ਕਿਰਦਾਰ ਇੱਕ ਇੰਨਾ ਇੰਡੀਪੈਂਡੈਂਟ ਕਿਰਦਾਰ ਹੈ ਕਿ ਜਿਹੜਾ ਉਸ ਸਿੱਖ ਕਿਰਦਾਰ ਦੇ ਜਿਨ ਸਾਰੇ ਬਾਕਸ ਟਿਕ ਕਰ ਦਿੱਤੇ ਉਹਨੂੰ ਕੋਈ ਗੁਲਾਮ ਨਹੀਂ ਕਰ ਸਕਦਾ। ਜੀ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਦੇਖੋ ਜਿਹਦੇ 'ਚ ਮਰਨੇ ਦੀ ਕੋਈ ਚਿੰਤਾ ਹੀ ਖਤਮ ਹੋ ਗਈ, ਜੀਵਨ ਦੀ ਆਸ ਹੀ ਨਾ ਰਹੀ, ਉਹ ਤੇ ਇੱਕ ਸੁਸਾਇਟੀ ਦਾ ਇੱਕ ਗੁਲਦਸਤਾ, ਇੱਕ ਇਸ ਤਰ੍ਹਾਂ ਦਾ ਫੁੱਲ, ਇੱਕ ਇਸ ਤਰ੍ਹਾਂ ਦੀ ਮਹਿਕ ਬਣ ਜਾਂਦੀ ਹੈ ਕਿ ਜਿਹੜਾ ਕਿਹੜਾ ਸਮਾਜ ਕਹੇਗਾ ਕਿ ਸਾਨੂੰ ਸਿੱਖ ਨਹੀਂ ਚਾਹੀਦਾ, ਕਿਹੜਾ ਸਮਾਜ ਚਾਹੀਦਾ ਕਿ ਸਾਨੂੰ ਸਿੱਖ ਲੀਡਰਸ਼ਿਪ ਨਹੀਂ ਚਾਹੀਦੀ। ਪਰ ਅੱਜ ਹੋ ਰਿਹਾ ਬਿਲਕੁਲ ਉਲਟਾ ਹੋ ਰਿਹਾ ਕਿ ਜੋ ਵੀ ਤਾਕਤਾਂ ਨੇ ਉਹ ਸਿੱਖ ਬਦਨਾਮ ਕਰਨ ਤੇ ਲੱਗੀਆਂ ਹੋਈਆਂ ਨੇ। ਪਰ ਸਾਰਿਆਂ ਨਾਲੋਂ ਦੁੱਖ ਦੀ ਗੱਲ ਹੈ ਕਿ ਜਿੰਨਾ ਸਿੱਖਾਂ ਦਾ ਨੁਕਸਾਨ ਸਿੱਖ ਕਰ ਰਹੇ ਨਾ, ਉਹ ਬਾਹਰ ਵਾਲੇ ਨਹੀਂ ਕਰ ਰਹੇ, ਕਿਉਂਕਿ ਸਾਡੇ 'ਚ ਯੂਨਿਟੀ ਨਹੀਂ, ਸਾਡੇ 'ਚ ਉਹ ਸਿਸਟਮ ਨਹੀਂ ਰਿਹਾ। ਅਸੀਂ ਗੁਰਬਾਣੀ ਨਾਲ ਟੁੱਟ ਗਏ, ਗੁਰਮਤ ਵਾਲੇ ਪਾਸੇ ਨੂੰ ਅਸੀਂ ਜਾਣ ਨੂੰ ਤਿਆਰ ਨਹੀਂ। ਬਾਕੀ ਜੋ ਵੀ ਨੈਗੇਟਿਵਿਟੀ ਉਹ ਹਰ ਇੱਕ ਪਾਸੇ ਤੇ ਮਾਇਆ ਮਮਤਾ ਮੋਹਣੀ ਵਾਲਾ ਕੰਮ ਹੋਇਆ ਕਿ ਅਸੀਂ ਮਾਇਆ ਵਾਲੇ ਪਾਸੇ ਨੂੰ ਜਿੰਨਾ ਗੁਰਬਾਣੀ ਨੇ ਸਾਨੂੰ ਮਾਇਆ ਨਾਲ ਤੋੜਿਆ, ਅਸੀਂ ਉਨਾ ਹੀ ਉਹਦੇ ਵਿੱਚ ਗ੍ਰਸਤ ਹੋ ਗਏ ਕਿ ਸਾਡੇ 'ਚ ਅੱਜ ਉਹ ਵੀ ਅੱਜ ਸਾਡੀ ਬੇਸਿਕ ਜਿਹੜੀ ਰਿਕੁਆਇਰਮੈਂਟ ਹੈ ਕਿ ਅਸੀਂ ਆਪਣਾ ਦਸਵੰਧ ਹੀ ਇਸ ਪਾਸੇ ਦੇ ਸਕੀਏ। ਉਹ ਵੀ ਮੈਂ ਕਹਿੰਦਾ ਕਿ ਮੇਰੇ ਹਿਸਾਬ ਨਾਲ ਤਾਂ 90% ਸਿੱਖ ਵੀ ਆਪਣੀ ਪੂਰੀ ਇਮਾਨਦਾਰੀ ਨਾਲ ਦਸਵੰਧ ਇਸ ਪਾਸੇ ਨਹੀਂ ਦੇ ਰਹੇ, ਕਿਉਂਕਿ ਉਹ ਦਸਵੰਧ ਨੂੰ ਵਿੱਚ ਆਪਣਾ ਜਿਹੜਾ ਗਵਰਨਮੈਂਟ ਦਾ ਟੈਕਸ ਉਹਨੂੰ ਵੀ ਦਸਵੰਧ 'ਚ ਹੀ ਗਿਣ ਲੈਂਦੇ ਆ। ਦਸਵੰਧ ਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਇੱਕ ਹੋਮ ਇਨਕਮ ਦਾ 10ਵਾਂ ਹਿੱਸਾ ਧਾਰਮਿਕ ਕਾਰਜਾਂ ਦੇ ਉੱਤੇ ਲੱਗੇ। ਉਹ ਹੁਣ ਧਾਰਮਿਕ ਕਾਰਜ ਤੁਸੀਂ ਆਪਣੇ ਆਪ ਹੀ ਜਿੱਥੇ ਵੀ ਦੇਣਾ ਉਹਦੇ ਤੇ ਪਹਿਰਾ ਵੀ ਦੇਵੋ। ਉਹ ਫਿਰ ਸਾਰੇ ਜੋ ਵੀ ਇਹੋ ਇੱਕ ਡਿਸਿਪਲਿਨ ਹੈ, ਇਹ ਇੱਕ ਐਜੂਕੇਸ਼ਨ ਸਿਸਟਮ ਹੀ ਤੁਹਾਨੂੰ ਦੇ ਸਕਦਾ ਹੈ। ਉਹ ਐਜੂਕੇਸ਼ਨ ਸਿਸਟਮ ਜਿਹੜਾ ਇੱਕ ਗੁਰਮਤ ਬੇਸਡ ਹੋਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸੋਚ ਹੈ, ਗੁਰੂ ਨਾਨਕ ਦੇਵ ਜੀ ਦੀ ਸੋਚ ਹੈ, ਉਹਦੇ ਉੱਤੇ ਕਿਸੇ ਨੂੰ ਕਿੰਤੂ ਪਰੰਤੂ ਕਰਨ ਵਾਲਾ ਉਹਦੇ 'ਚ ਸਕੋਪ ਹੀ ਨਹੀਂ ਛੱਡਿਆ। ਕਿਉਂਕਿ ਲੌਜੀਕਲੀ ਜਿਹੜਾ ਵੀ ਇਸ ਚੀਜ਼ ਨੂੰ ਫੋਲੋ ਕਰੇਗਾ ਉਹ ਬਿਲਕੁਲ ਇਸ ਸੋਚ ਦਾ ਗੁਲਾਮ ਹੀ ਹੋ ਜਾਏਗਾ, ਇਸ ਸੋਚ ਨੂੰ ਸਮਰਪਿਤ ਹੋ ਜਾਏਗਾ। ਤੇ ਇੱਕ ਵਾਰ ਇਸ ਸੋਚ ਨੂੰ ਸਮਰਪਿਤ ਹੋ ਗਿਆ ਤੇ ਮੈਂ ਫਿਰ ਦੱਸਿਆ ਕਿ ਉਹ ਤੇ ਖਾਲਸਾ ਇੱਕ ਐਸੀ ਆਜ਼ਾਦ ਹਸਤੀ ਹੈ, ਉਹ ਇੱਕ ਐਸਾ ਸਿੱਖ ਕਿਰਦਾਰ ਹੈ ਕਿ ਜਿਹਨੂੰ ਕੋਈ ਵੀ ਪਿਆਰ, ਪੂਰੀ ਦੁਨੀਆ ਉਹਨੂੰ ਪਿਆਰ ਕਰੇਗੀ। ਸੋ ਇਸ ਤਰ੍ਹਾਂ ਦੇ ਅਸੀਂ ਸਿੱਖ ਰੋਲ ਮਾਡਲ ਪੈਦਾ ਕਰ ਸਕੀਏ, ਇਹੋ ਹੀ ਐਜੂਕੇਸ਼ਨ ਸਿਸਟਮ ਦਾ ਸਾਡਾ ਬੇਸ ਹੈ। ਪਰ ਅਨਫੋਰਚੂਨੇਟਲੀ ਇਹੋ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ, ਸਾਡੇ ਘਰਾਂ ਦੇ ਵਿੱਚ ਇਹੋ ਐਜੂਕੇਸ਼ਨ ਸਿਸਟਮ ਨਹੀਂ ਹੈਗਾ, ਸਾਡੇ ਗੁਰੂ ਘਰਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਨਹੀਂ ਹੈਗਾ, ਸਾਡੇ ਸਕੂਲਾਂ ਦੇ ਵਿੱਚ ਵੀ ਹੈ ਨਹੀਂ। ਇਹੋ ਸਕੂਲਾਂ ਦੇ ਵਿੱਚ ਜੋ ਸਾਡੀ ਹਿਸਟਰੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ। ਸੋ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਹਰ ਇੱਕ ਸਿੱਖ ਦਾ ਇੱਕ ਫਰਜ਼ ਬਣ ਜਾਂਦਾ ਹੈ ਕਿ ਘੱਟੋ ਘੱਟ ਜੇ ਕੋਈ ਸੰਸਥਾ ਨੇ ਇਹੋ ਟੀਚਾ ਮਿੱਥਿਆ ਹੈ, ਇਸ ਪਾਸੇ ਕੋਈ ਚੱਲ ਰਿਹਾ ਹੈ, ਤੇ ਅਸੀਂ ਘੱਟੋ ਘੱਟ ਆਪਣਾ ਇੱਕ ਬੱਚੇ ਨੂੰ ਸਪਾਂਸਰ ਕਰਕੇ ਉਹਦੇ 'ਚ ਆਪਣਾ ਹਿੱਸਾ ਪਾ ਦਈਏ। ਬਾਕੀ ਵਾਹਿਗੁਰੂ ਤੇ ਛੱਡੋ ਜੋ ਵੀ ਹੈ, ਆਪਣਾ ਦਸਵੰਧ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਤੇ ਇਹਦੇ 'ਚ ਆਪਣਾ ਘੱਟੋ ਘੱਟ ਜੇ ਅਸੀਂ ਨਾਮ ਜਪਣ ਦੇ ਵਿੱਚ ਵੀ ਦੇਖੋ ਆਪਣਾ ਦਸਵੰਧ ਹੀ ਹੈ ਕਿ 24 ਘੰਟਿਆਂ 'ਚੋਂ ਅਸੀਂ ਆਪਣਾ 10ਵਾਂ ਹਿੱਸਾ ਟਾਈਮ ਇਸ ਪਾਸੇ ਲਾਈਏ। ਕਿਰਤ ਕਰੋ, ਆਪਣੀ ਜਿਹੜੀ ਲਿਵਿੰਗ ਹੈ ਉਹਨੂੰ ਇਮਾਨਦਾਰੀ ਦੀ, ਤਾਂ ਕਿ ਉਹਦੇ ਵਿੱਚ ਬਰਕਤ ਹੋਵੇ। ਕਿਉਂਕਿ ਜਿਹੜੀ ਧੋਖੇ ਨਾਲ ਕਮਾਈ ਹੋਈ ਜਿਹੜੀ ਜਿੰਨੀ ਵੀ ਤੁਹਾਡੀ ਮਾਇਆ, ਉਹਦੇ 'ਚ ਬਰਕਤ ਨਹੀਂ ਹੁੰਦੀ, ਕਿਤੇ ਨਾ ਕਿਤੇ ਜਾ ਕੇ ਉਹ 10 ਗੁਣਾ ਹੋ ਕੇ ਨਿਕਲਦੀ, ਨੁਕਸਾਨ ਹੀ ਦਿੰਦੀ ਹੈ। ਤੇ ਵੰਡ ਛਕੋ, ਆਪਣਾ ਦਸਵੰਧ ਇਮਾਨਦਾਰੀ ਕੱਢੀ ਜਾਓ, ਤੇ ਉਹਦੇ ਤੇ ਪਹਿਰਾ ਵੀ ਦੇਵੋ, ਆਪਣਾ ਟਾਈਮ ਵੀ ਦੇਵੋ, ਦੇਖੋ ਵੀ ਹਾਂ ਵੀ ਉਹ ਕੰਮ ਠੀਕ ਹੋ ਰਿਹਾ, ਤੇ ਫਿਰ ਤੁਹਾਨੂੰ ਕੋਈ ਚਿੰਤਾ ਨਹੀਂ। ਆਪਣਾ ਵਾਹਿਗੁਰੂ ਦੇ ਆਨੰਦ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ ਆਪਣਾ ਜੀਵਨ ਬਤੀਤ ਕਰੀ ਜਾਓ, ਤੇ ਵਾਹਿਗੁਰੂ ਤੁਹਾਨੂੰ ਕਦੀ ਵੀ ਡੋਲਣ ਨਹੀਂ ਦੇਗਾ। ਇਹ ਸਾਡਾ ਆਪਣਾ ਲਾਈਫ ਦਾ ਐਕਸਪੀਰੀਅੰਸ ਹੈ, ਤਜਰਬਾ ਜੋ ਆਪ ਜੀ ਨਾਲ ਸ਼ੇਅਰ ਕਰ ਰਹੇ ਹਾਂ। ਤੇ ਬਾਕੀ ਅਗਲਾ ਹੋਰ ਤੁਹਾਡਾ ਕੁਐਸਚਨ ਹੈ, ਉੱਤੇ ਗੱਲ ਕਰਦੇ ਹਾਂ। ਜੀ ਬਿਲਕੁਲ ਜੀ ਅਟਵਾਲ ਸਾਹਿਬ, ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਗਲੋਬਲ ਐਜੂਕੇਸ਼ਨ ਸਿਸਟਮ ਦਾ ਐਨਾਲਿਸਿਸ ਕੀਤਾ, ਡੋਮੈਸਟਿਕ ਐਜੂਕੇਸ਼ਨ ਸਿਸਟਮ ਦਾ ਐਨਾਲਿਸਿਸ ਕੀਤਾ। ਨਾਲ ਦੀ ਨਾਲ ਤੁਸੀਂ ਜੋ ਸਾਡੀਆਂ ਸਮਾਜ ਦੇ ਵਿੱਚ ਜੋ ਮੰਦਭਾਗੀ ਜੋ ਸਿਚੁਏਸ਼ਨਸ ਹੈਗੀਆਂ ਨੇ, ਜੋ ਸਰਕਮਸਟੈਂਸਿਸ ਹੈਗੀਆਂ ਨੇ ਡੋਮੈਸਟਿਕ ਤੇ ਗਲੋਬਲ, ਤੁਸੀਂ ਉਹ ਵੀ ਐਡਰੈਸ ਕੀਤੇ ਹੈਗੇ ਨੇ। ਤੇ ਜੋ ਪ੍ਰੋਬਲਮਸ ਤੁਸੀਂ ਆਇਡੈਂਟੀਫਾਈ ਕੀਤੀਆਂ, ਸੋਲਿਊਸ਼ਨ ਨਾਲ ਤੁਸੀਂ ਦੱਸਿਆ ਕਿ ਐਜੂਕੇਸ਼ਨ ਸਿਸਟਮ ਹੀ ਉਹਦਾ ਇੱਕ ਸੋਲਿਊਸ਼ਨ ਹੈਗਾ ਆ। ਤੁਸੀਂ ਨਾਲ ਇਹ ਵੀ ਜਿਹੜਾ ਪੱਖ ਛੂਇਆ ਹੈਗਾ ਕਿ ਤੁਸੀਂ ਜੋ ਇਸ ਇੱਕ ਸੀਕੁਐਂਸ ਚਲਾਈ ਹੋਈ ਹੈ ਅਕੈਡਮੀਜ਼ ਦੀ, ਉਹ
ਜੇਕਰ ਇੱਕ ਸਟੈਂਡਰਡ ਮਾਡਲ ਤੇ ਚਲਾਈ ਹੋਈ ਹੈ, ਇਹ ਕਿਉਂ ਚਲਾਈ ਹੋਈ ਹੈ? ਉਹ ਤੁਸੀਂ ਮਾਹੌਲ ਦਿੰਦੇ ਹੋ ਇੱਕ ਨਰਸਰੀ ਦੇ ਵਿੱਚ, ਜਿਸ ਤਰ੍ਹਾਂ ਇੱਕ ਪੌਦਾ ਆਉਂਦਾ ਹੈਗਾ ਆ, ਉਹ ਨਰਸਰੀ ਦੇ ਵਿੱਚ ਜਿਸ ਤਰ੍ਹਾਂ ਉਹਨੂੰ ਮਾਹੌਲ ਮਿਲਦਾ ਹੈਗਾ ਬਿਗਨਿੰਗ ਤੋਂ ਲੈ ਕੇ ਇੱਕ ਮੈਚੁਰ ਏਜ ਤੱਕ, ਜਾਂ ਕਹਿ ਲਓ ਜਦੋਂ ਤੱਕ ਬੰਦਾ +2 ਕਰਦਾ ਹੈਗਾ ਆ, ਉਹ 10-12 ਸਾਲ ਦਾ ਜਿਹੜਾ ਟਾਈਮ ਹੁੰਦਾ ਹੈਗਾ ਗਰੋਥ ਦਾ, ਬੜਾ ਇੰਪੋਰਟੈਂਟ ਹੁੰਦਾ ਹੈਗਾ ਆ। ਸੋ ਤੁਸੀਂ ਬੜੇ ਵਧੀਆ ਢੰਗ ਦੇ ਨਾਲ ਕਹਿ ਲਓ ਵੀ ਕੁਝੇ 'ਚ ਸਮੁੰਦਰ ਬੰਦ ਕਰਨ ਵਾਲੀ ਗੱਲ ਸੀ, ਪਰ ਤੁਸੀਂ ਬੜੇ ਕਹਿ ਲਓ ਆਪਣੇ ਐਫੀਸ਼ੀਐਂਟ ਵੇ ਦੇ ਨਾਲ ਇਹਨੂੰ ਸਾਰੀ ਚੀਜ਼ਾਂ ਨੂੰ ਛੋਇਆ ਹੈਗਾ ਆ, ਤੇ ਇਹਦੇ ਜੋ ਗਲਿੰਪਸ ਹੈਗੇ ਆ ਉਹ ਸਾਡੇ ਸੰਗਤਾਂ ਦੇ ਅੱਗੇ ਰੱਖੇ ਹੈਗੇ ਆ। ਬਾਕੀ ਜੋ ਸਾਡੀ ਆਡੀਅנס ਹੈ ਜੀ, ਜੱਜ ਤਾਂ ਖੁਦ ਉਹ ਹੈਗੀ ਹੈ। ਤੁਸੀਂ ਜਿਹੜੀਆਂ ਗੱਲਾਂ ਕਹੀਆਂ ਜੀ, ਉਮੀਦ ਹੈ ਕਿ ਲੋਕ ਉਹਨਾਂ ਗੱਲਾਂ ਤੇ ਵਿਚਾਰ ਕਰਨਗੇ। ਨਾਲ ਦੀ ਨਾਲ ਦਸਵੰਧ ਦੀ ਤੁਸੀਂ ਜੇ ਗੱਲ ਕੀਤੀ ਹੈ, ਉਹਦੇ ਤੇ ਵੀ ਲੋਕ ਵਿਚਾਰ ਕਰਨਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਦਸਵੰਧ ਕੱਢਣਾ ਹੈਗਾ ਆ, ਕਿੱਥੇ ਲਾਣਾ ਹੈਗਾ ਆ। ਤੁਸੀਂ ਨਾਲ ਇਹ ਵੀ ਗੱਲ ਕੀਤੀ ਕਿ ਜੋ ਦਸਵੰਧ ਤੁਸੀਂ ਦਿੰਦੇ ਹੋ ਉਹ ਤੇ ਪਹਿਰਾ ਵੀ ਦਿਓ, ਕਿੱਥੇ ਜਾ ਰਿਹਾ, ਉਹਦਾ ਇਫੈਕਟ ਕੀ ਹੋ ਰਿਹਾ ਹੈ ਨਾ ਜੀ। ਇਹ ਬੜੀ ਖੂਬਸੂਰਤ ਗੱਲ ਹੈਗੀ ਹੈ। ਨਹੀਂ ਤਾਂ ਡੋਨੇਸ਼ਨ ਮੰਗਣਾ ਤਾਂ ਇੱਕ ਕਹਿ ਲਓ ਵੀ ਸੁਭਾਵਿਕ ਗੱਲ ਹੋ ਜਾਂਦੀ ਹੈ, ਬਟ ਆਪ ਇਹ ਕਹਿਣਾ ਵੀ ਸਾਨੂੰ ਵੀ ਡੋਨੇਸ਼ਨ ਦਿਓ, ਪਰ ਸਾਤੋਂ ਵੀ ਪੁੱਛੋ ਵੀ ਤੁਹਾਡਾ ਪੈਸਾ ਕਿੱਥੇ ਲਾਇਆ, ਉਹਦੀ ਕੀ ਆਊਟਪੁੱਟ ਹੋਈ ਹੈ। ਇਹ ਬੜੀ ਇੱਕ ਮੈਨੂੰ ਲੱਗਦਾ ਕਿ ਡਿਫਰੈਂਟ ਐਸਪੈਕਟ ਹੈਗਾ ਆ ਕਲਗੀਧਰ ਟਰਸਟ ਦਾ, ਜਿਹੜਾ ਕਿ ਇਹਨੂੰ ਸਟੈਂਡ ਆਊਟ ਕਰਦਾ ਹੈਗਾ ਆ ਬਾਕੀ ਆਰਗੇਨਾਈਜੇਸ਼ਨ ਤੋਂ, ਜਿੰਨਾ ਕੁ ਮੈਂ ਸਮਝ ਸਕਿਆ ਹੈਗਾ ਜੀ। ਬਾਕੀ ਜੀ ਦੋਸਤੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਜੋ ਕੰਪਿਊਟਰ ਦੀ ਅਪੀਲ ਕੀਤੀ ਗਈ ਸੀਗੀ ਕਲਗੀਧਰ ਟਰਸਟ ਵਿੱਚੋਂ, ਬੜਾ ਹੀ ਗਰਮਜੋਸ਼ੀ ਦੇ ਨਾਲ ਤੁਸੀਂ ਇਹਨੂੰ ਸਵੀਕਾਰ ਕੀਤਾ। ਖਿੜੇ ਮੱਥੇ ਤੁਸੀਂ 800 ਦੇ ਵਿੱਚੋਂ ਨੀਅਰਲੀ 190 ਜਾਂ 200 ਕੰਪਿਊਟਰਾਂ ਦੀ ਸੇਵਾ ਤੁਸੀਂ ਕਰ ਚੁੱਕੇ ਹੋ। ਬਾਕੀਆਂ ਤੇ ਵੀ ਉਮੀਦ ਹੈ ਕਿ ਤੁਸੀਂ ਜੋ ਰਹਿੰਦੇ ਕੰਪਿਊਟਰ ਹੈਗੇ ਆ 130 ਅਕੈਡਮੀਆਂ ਦੇ ਲਈ, ਉਹਦੇ ਤੇ ਵੀ ਤੁਸੀਂ ਗੌਰ ਫਰਮਾਓਗੇ। ਸੋ ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਅਗਲੀ ਵਾਰ ਫਿਰ ਤੋਂ ਮੁਲਾਕਾਤ ਹੋਏਗੀ, ਉਦੋਂ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।